प्यारे विद्यार्थियों, मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। मैं ਤੁਹਾਡਾ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੀ ਵਿਆਕਰਨ ਦਾ ਬੜਾ ਮਹੱਤਵਪੂਰਨ ਭਾਗ ਲੇਖ ਰਚਨਾ ਬਾਰੇ ਪੜ੍ਹਾਂਗੇ ਤੇ ਇੱਕ ਲੇਖ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਆਪਾਂ ਕਰਾਂਗੇ। ਤਾਂ ਆਓ ਆਪਾਂ ਆਪਣੇ ਵਿਸ਼ੇ ਵੱਲ ਵਧਦੇ ਹਾਂ। ਪਿਆਰੇ ਵਿਦਿਆਰਥੀਓ, ਆਪਣੇ ਵਿਸ਼ੇ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਜਿਹੜੀ ਚੀਜ਼ ਮੈਂ ਜ਼ਰੂਰੀ ਸਮਝਦਾ ਹਾਂ ਜਿਹਦੇ ਬਾਰੇ ਆਪਾਂ ਨੂੰ ਗੱਲ ਕਰਨੀ ਬਣਦੀ ਹੈ ਤਾਂ ਕਿ ਤੁਸੀਂ ਇੱਕ ਵਧੀਆ ਲੇਖ ਦੀ ਰਚਨਾ ਕਰ ਸਕੋ। ਪਿਆਰੇ ਵਿਦਿਆਰਥੀਓ, ਜਦੋਂ ਤੁਹਾਨੂੰ ਕੋਈ ਵਿਸ਼ਾ ਦਿੱਤਾ ਜਾਂਦਾ ਹੈ, ਤੁਸੀਂ ਉਸ ਵਿਸ਼ੇ ਉੱਪਰ ਲੇਖ ਲਿਖਣਾ ਹੁੰਦਾ ਹੈ, ਤਾਂ ਜੇ ਤੁਸੀਂ ਕੁਝ ਕੁ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਬਹੁਤ ਵਧੀਆ ਇੱਕ ਲੇਖ ਲਿਖ ਸਕੋਗੇ। ਕਿਉਂਕਿ ਕਿਸੇ ਵਿਸ਼ੇ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਕਰਨੀ ਹੁੰਦੀ ਹੈ, ਜਿੱਥੇ ਉਹ ਸਾਡੇ ਜੀਵਨ ਦੇ ਵਿੱਚ ਕੰਮ ਆਉਂਦੀ ਹੈ, ਜਿੱਥੇ ਉਹ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੀ ਹੈ, ਉੱਥੇ ਹੀ ਉਹ ਪ੍ਰੀਖਿਆਵਾਂ ਦੀ ਦ੍ਰਿਸ਼ਟੀ ਤੋਂ ਵੀ ਬੜੀ ਮਹੱਤਵਪੂਰਨ ਹੁੰਦੀ ਹੈ। ਕਿਉਂਕਿ ਇਹ ਲਿਖਤਾਂ ਤੁਸੀਂ ਆਪਦੀਆਂ ਪ੍ਰੀਖਿਆਵਾਂ ਦੇ ਵਿੱਚ ਲਿਖਣੀਆਂ ਹੁੰਦੀਆਂ। ਜਦੋਂ ਤੁਸੀਂ ਉੱਥੇ ਲਿਖਣ ਵੇਲੇ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਇੱਕ ਬਹੁਤ ਵਧੀਆ ਲੇਖ ਦੀ ਰਚਨਾ ਕਰ ਸਕਦੇ ਹੋ। ਉਹ ਕਿਹੜੀਆਂ ਦੋ ਚਾਰ ਗੱਲਾਂ ਹੈ, ਆਓ ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਪਹਿਲੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੁੰਦੀ ਹੈ ਉਹ ਹੁੰਦੀ ਹੈ ਕਿ ਲੇਖ ਦੇ ਅਸੀਂ 3 ਹਿੱਸੇ ਕਰਾਂਗੇ: ਆਦਿ, ਮੱਧ ਅਤੇ ਅੰਤ। ਕੋਈ ਵੀ ਵਿਸ਼ਾ ਹੁੰਦਾ ਹੈ ਤਾਂ ਜੇ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਅਸੀਂ ਉਸ ਵਿਸ਼ੇ ਬਾਰੇ ਵਿਸਥਾਰ ਨਾਲ ਬੋਲਦੇ ਹਾਂ ਜਾਂ ਲਿਖਦੇ ਹਾਂ ਤੇ ਅਖੀਰ ਤੇ ਅਸੀਂ ਸਾਰੀ ਕੀਤੀ ਗਈ ਚਰਚਾ ਦਾ ਇੱਕ ਵਧੀਆ ਸਿੱਟਾ ਕੱਢਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਸਾਡੀ ਜਿਹੜੀ ਲਿਖਤ ਹੈ ਉਹ ਬੜੀ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਕਿਉਂਕਿ ਜੇ ਅਸੀਂ ਜਿਹੜੀ ਲਿਖਤ ਦੀ ਲੜੀ ਹੈ ਉਹਦਾ ਧਿਆਨ ਨਹੀਂ ਰੱਖਾਂਗੇ ਤਾਂ ਸਾਡੀ ਜਿਹੜੀ ਲਿਖਤ ਹੈ ਉਹ ਪ੍ਰਭਾਵਸ਼ਾਲੀ ਨਹੀਂ ਹੋਏਗੀ। ਤਾਂ ਜ਼ਰੂਰੀ ਹੈ ਅਸੀਂ ਇੱਕ ਵਧੀਆ ਸ਼ੁਰੂਆਤ ਕਰੀਏ, ਪਹਿਲਾਂ ਆਪਣੇ ਵਿਸ਼ੇ ਬਾਰੇ ਜਨਰਲ ਗੱਲਾਂ ਕਰੀਏ, ਫਿਰ ਪੂਰਾ ਵਿਸ਼ੇ 'ਤੇ ਧਿਆਨ ਕੇਂਦਰਿਤ ਕਰੀਏ ਤੇ ਅਖੀਰ 'ਤੇ ਸਾਰੀ ਗੱਲਬਾਤ ਦਾ ਇੱਕ ਸਿੱਟਾ ਕੱਢੀਏ। ਤਾਂ ਤੁਸੀਂ ਲੇਖ ਲਿਖਣ ਵੇਲੇ ਇਹਨਾਂ 3 ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ। ਵਧੀਆ ਸ਼ੁਰੂਆਤ ਕਰਕੇ ਫਿਰ ਵਿਚਾਰਾਂ ਨੂੰ ਵਿਸਥਾਰ ਦੇ ਕੇ ਤੇ ਉਸ ਦਾ ਵਧੀਆ ਅੰਤ ਕਰਨਾ ਹੈ। ਦੂਸਰੀ ਗੱਲ ਜਿਸ ਵੱਲ ਤੁਸੀਂ ਧਿਆਨ ਦੇਣਾ ਹੈ, ਪਿਆਰੇ ਵਿਦਿਆਰਥੀਓ, ਜਿਹੜਾ ਲੇਖ ਹੁੰਦਾ ਹੈ ਉਹ ਵਿਚਾਰਾਂ ਦੀ ਇੱਕ ਲੜੀ ਹੁੰਦੀ ਹੈ ਤੇ ਉਸ ਲੜੀ ਦੇ ਵਿੱਚ ਤੁਸੀਂ ਜਿਹੜੇ ਸੁੰਦਰ ਸੁੰਦਰ ਮਣਕੇ ਹੈ ਉਹ ਵਿਚਾਰਾਂ ਦੇ ਪਰੋਣੇ ਹੁੰਦੇ ਆ। ਜਦੋਂ ਤੁਸੀਂ ਕਿਸੇ ਵੀ ਵਿਸ਼ੇ 'ਤੇ ਲੇਖ ਲਿਖਦੇ ਹੋ, ਮੰਨ ਲਓ ਜੇ ਅਸੀਂ ਸ਼ਹੀਦ ਭਗਤ ਸਿੰਘ ਜੀ ਬਾਰੇ ਲੇਖ ਲਿਖਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਨਮ ਬਾਰੇ ਗੱਲ ਕਰਾਂਗੇ, ਫਿਰ ਅਸੀਂ ਉਹਨਾਂ ਦੇ ਬਚਪਨ ਬਾਰੇ ਗੱਲ ਕਰਾਂਗੇ, ਫਿਰ ਅਸੀਂ ਉਹਨਾਂ ਦੀ ਪੜ੍ਹਾਈ ਬਾਰੇ ਗੱਲ ਕਰਾਂਗੇ, ਫਿਰ ਅਸੀਂ ਉਹਨਾਂ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅਦਾ ਕੀਤੇ ਹੋਏ ਰੋਲ ਦੀ ਗੱਲ ਕਰਾਂਗੇ, ਫਿਰ ਅਸੀਂ ਉਹਨਾਂ ਦੀ ਸਜ਼ਾ ਦੀ ਗੱਲ ਕਰਾਂਗੇ, ਅਖੀਰ 'ਤੇ ਅਸੀਂ ਉਹਨਾਂ ਦੀ ਫਾਂਸੀ ਦੀ ਗੱਲ ਕਰਾਂਗੇ। ਤਾਂ ਇਸ ਤਰ੍ਹਾਂ ਵਿਚਾਰਾਂ ਦੀ ਇੱਕ ਲੜੀ ਬਣ ਜੂਗੀ ਤਾਂ ਉਸ ਲੜੀ 'ਤੇ ਚੱਲਦੇ ਹੋਏ ਅਸੀਂ ਇੱਕ ਵਧੀਆ ਜਿਹੜਾ ਲੇਖ ਹੈ ਉਹਦਾ ਨਿਰਮਾਣ ਕਰਾਂਗੇ। ਤਾਂ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ। ਤੀਸਰੀ ਗੱਲ ਪਿਆਰੇ ਵਿਦਿਆਰਥੀਓ, ਲੇਖ ਲਿਖਣ ਵਾਸਤੇ ਇਹ ਹੈ ਕਿ ਜਿਸ ਵਿਸ਼ੇ ਬਾਰੇ ਤੁਸੀਂ ਲਿਖ ਰਹੇ ਹੋ ਉਸ ਵਿਸ਼ੇ ਬਾਰੇ ਤੁਹਾਨੂੰ ਵਧੀਆ ਵਧੀਆ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ, ਵਧੀਆ ਵਧੀਆ ਵਾਕਾਂ ਦੀ ਚੋਣ ਕਰਨੀ ਚਾਹੀਦੀ ਹੈ। ਕਿਸੇ ਵੀ ਭਾਸ਼ਾ ਦੇ ਵਿੱਚ ਜਿਹੜੇ ਸ਼ਬਦ ਹੈ ਉਹਨਾਂ ਦਾ ਬੜਾ ਵੱਡਾ ਭੰਡਾਰ ਹੁੰਦਾ ਹੈ ਤੇ ਇਹਨਾਂ ਸ਼ਬਦਾਂ ਅਤੇ ਵਧੀਆ ਵਾਕਾਂ ਨਾਲ ਤੁਸੀਂ ਸ਼ਿੰਗਾਰ ਕੇ ਇੱਕ ਵਧੀਆ ਪੈਰਿਆਂ ਦੀ ਰਚਨਾ ਕਰਕੇ ਇੱਕ ਜਿਹੜਾ ਪ੍ਰਭਾਵਸ਼ਾਲੀ ਲੇਖ ਹੈ ਉਹਦੀ ਰਚਨਾ ਤੁਸੀਂ ਕਰ ਸਕਦੇ ਹੋ। ਇਹਦੇ ਨਾਲ ਹੀ ਜਿਹੜੀ ਚੌਥੀ ਗੱਲ ਹੈ ਜਿਸ ਦਾ ਤੁਸੀਂ ਧਿਆਨ ਰੱਖਣਾ ਹੈ ਉਹ ਹੈ ਕਿ ਜਦੋਂ ਅਸੀਂ ਕਿਸੇ ਵੀ ਗੱਲ ਬਾਰੇ ਚਰਚਾ ਕਰਦੇ ਹਾਂ ਜਾਂ ਅਸੀਂ ਲਿਖਦੇ ਹਾਂ ਤਾਂ ਜ਼ਰੂਰੀ ਹੁੰਦਾ ਹੈ ਕਿ ਅਸੀਂ ਸਾਹਮਣੇ ਵਾਲੇ ਨੂੰ ਆਪਣਾ ਜਿਹੜਾ ਵਿਸ਼ਾ ਹੈ ਉਹ ਚੰਗੀ ਤਰ੍ਹਾਂ ਸਮਝਾ ਸਕੀਏ। ਸਾਡਾ ਜਿਹੜਾ ਵਿਸ਼ਾ ਉਹ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਵੀ ਬਣੇ, ਸਾਹਮਣੇ ਵਾਲੇ ਨੂੰ ਚੰਗੀ ਤਰ੍ਹਾਂ ਸਮਝ ਵੀ ਆ ਜਾਵੇ। ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਸ਼ੇ ਬਾਰੇ, ਆਪਣੀ ਲਿਖਤ ਬਾਰੇ ਜੇ ਕੁਝ ਕੁ ਅਸੀਂ ਹਵਾਲੇ ਦੇਵਾਂਗੇ। ਜਿਹੜਾ ਤੁਸੀਂ ਕਿਸੇ ਦੀ ਜੀਵਨੀ ਲਿਖਦੇ ਹੋ ਤਾਂ ਉਸ ਨਾਲ ਮਿਲਦੀਆਂ ਜੁਲਦੀਆਂ ਜੀਵਨੀਆਂ ਦੇ ਤੁਸੀਂ ਹਵਾਲੇ ਦੇ ਸਕਦੇ ਹੋ। ਜੇ ਤੁਸੀਂ ਮੇਲੇ ਤਿਉਹਾਰਾਂ ਬਾਰੇ ਲਿਖਦੇ ਹੋ ਤਾਂ ਬਹੁਤ ਸਾਰੇ ਮੇਲੇ ਤਿਉਹਾਰ ਜਿਹੜੇ ਉਹ ਮਨਾਏ ਜਾਂਦੇ ਆ ਤਾਂ ਤੁਸੀਂ
ਉਹਨਾਂ ਬਾਰੇ ਚਰਚਾ ਕਰ ਸਕਦੇ ਹੋ। ਇਸ ਤਰ੍ਹਾਂ ਨਾਲ ਨਾਲ ਜੇ ਤੁਸੀਂ ਉਦਾਹਰਨਾਂ ਜੋੜੀ ਜਾਓਗੇ ਤਾਂ ਤੁਸੀਂ ਇੱਕ ਬਹੁਤ ਵਧੀਆ ਜਿਹੜਾ ਲੇਖ ਹੈ ਉਹਦੀ ਰਚਨਾ ਤੁਸੀਂ ਕਰ ਸਕਦੇ ਹੋ। ਤਾਂ ਉਮੀਦ ਹੈ ਤੁਸੀਂ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ। ਇਹ ਸਿਰਫ 3-4 ਗੱਲਾਂ ਹੈ। ਲੇਖ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡ ਲੈਣਾ ਹੈ। ਉਸ ਤੋਂ ਬਾਅਦ ਉਹਨੂੰ ਇੱਕ ਲੜੀ ਦੇ ਵਿੱਚ ਵਿਚਾਰਾਂ ਨੂੰ ਅਸੀਂ ਰੱਖਣਾ ਹੈ। ਸਹੀ ਸ਼ਬਦਾਂ ਸਹੀ ਵਾਕਾਂ ਦੀ ਚੋਣ ਕਰਨੀ ਹੈ ਤੇ ਆਪਣੀ ਗੱਲ ਨੂੰ ਪੁਖਤਾ ਤਰੀਕੇ ਨਾਲ ਕਹਿਣ ਵਾਸਤੇ ਅਸੀਂ ਉਦਾਹਰਨਾਂ ਦੀ ਵਰਤੋਂ ਵੀ ਕਰਨੀ ਹੈ। ਤਾਂ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਜਿਹੜਾ ਇਹ ਲੇਖ ਹੈ ਇਸ ਤਰੀਕੇ ਨਾਲ ਤੁਸੀਂ ਲਿਖੋਗੇ ਤਾਂ ਤੁਹਾਨੂੰ ਬਹੁਤ ਵਧੀਆ ਜਿਹੜੇ ਨਤੀਜੇ ਹੈ ਉਹ ਦੇਖਣ ਨੂੰ ਮਿਲਣਗੇ। ਤਾਂ ਆਓ ਹੁਣ ਆਪਾਂ ਆਪਣੇ ਵਿਸ਼ੇ ਵੱਲ ਵੱਧਦੇ ਹਾਂ ਤੇ ਆਪਾਂ ਆਪਣਾ ਅੱਜ ਦਾ ਵਿਸ਼ਾ ਕਰਦੇ ਹਾਂ ਸਾਡਾ ਲੇਖ ਕਰਤਾਰ ਸਿੰਘ ਸਰਾਭਾ। ਪਿਆਰੇ ਵਿਦਿਆਰਥੀਓ, ਤੁਸੀਂ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਕਿਤਾਬਾਂ ਦੇ ਵਿੱਚ ਪੜ੍ਹਿਆ ਹੋਵੇਗਾ, ਆਸੇ ਪਾਸਿਓਂ ਸੁਣਿਆ ਹੋਵੇਗਾ, ਘਰ ਦੇ ਵਿੱਚ ਤੁਸੀਂ ਟੀਵੀ ਦੇਖਦੇ ਹੋ ਉੱਥੇ ਵੀ ਤੁਸੀਂ ਇਹਨਾਂ ਦਾ ਨਾਮ ਸੁਣਿਆ ਹੋਵੇਗਾ। ਕਿਉਂਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ, ਜਦੋਂ ਕੁਰਬਾਨੀਆਂ ਦੀ ਗੱਲ ਹੁੰਦੀ ਹੈ, ਜਦੋਂ ਮਾਣ ਮੱਤੇ ਇਤਿਹਾਸ ਦੀ ਗੱਲ ਹੁੰਦੀ ਹੈ ਤਾਂ ਉਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਗੱਲ ਨਾ ਹੋਵੇ ਇਹ ਨਹੀਂ ਹੋ ਸਕਦਾ। ਕਿਉਂਕਿ ਪਰ ਜਵਾਨੀ ਦੇ ਵਿੱਚ ਆਪਣੇ ਦੇਸ਼ ਲਈ ਜਾਨ ਵਾਰਨ ਵਾਲੇ ਉਹ ਮਹਾਨ ਸ਼ਹੀਦ ਸੀਗੇ ਜਿਨ੍ਹਾਂ ਨੂੰ ਬੜੇ ਆਦਰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜੀ ਘਾਲਣਾ ਘਾਲੀ ਤੇ ਕੁਝ ਕੁ ਲਾਈਨਾਂ ਉਹ ਗੁਣਗੁਣਾਉਂਦੇ ਰਹਿੰਦੇ ਸੀ ਹਮੇਸ਼ਾ ਹੀ। ਕੀ ਉਹ ਕਹਿੰਦੇ ਸੀ ਕਿ ਸਾਨੂੰ ਕੀ ਕਰਨਾ ਪੈਂਦਾ ਹੈ ਆਪਦੇ ਜੀਵਨ ਦੇ ਵਿੱਚ ਜੇ ਅਸੀਂ ਆਜ਼ਾਦੀ ਦੀ ਲੜਾਈ ਲੜਨੀ ਹੈ। ਤਾਂ ਉਹ ਕਹਿੰਦੇ ਹੈ, ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਹੀ ਔਖੀ, ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਹੀ ਔਖੀ, ਗੱਲਾਂ ਕਰਨੀਆਂ ਬਹੁਤ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਜੇ ਦੇਸ਼ ਸੇਵਾ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਪੈਰ ਧਰਨਾ ਹੈ, ਉੱਥੇ ਜਾ ਕੇ ਬਰਤਾਨਵੀ ਹਕੂਮਤ ਦੇ ਵਿਰੁੱਧ ਲੜਨਾ ਹੈ, ਕਿਉਂਕਿ ਉਹਨਾਂ ਦੀ ਜਿਹੜੀ ਸਲਤਨਤ ਹੈ ਉਹ ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਸੀ, ਤਾਂ ਤੁਹਾਨੂੰ ਕੁਰਬਾਨੀਆਂ ਤਾਂ ਕਰਨੀਆਂ ਪੈਣਗੀਆਂ। ਆਓ ਆਪਾਂ ਉਹਨਾਂ ਦੇ ਜੀਵਨ ਬਾਰੇ ਜਾਣਦੇ ਹਾਂ ਤੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਸੀ ਸਾਡੇ ਕਰਤਾਰ ਸਿੰਘ ਜੀ ਸਰਾਭਾ ਦਾ ਜੀਵਨ। ਜਦੋਂ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਤੇ ਇਹ ਜਾਣਨਾ ਜ਼ਰੂਰੀ ਹੈ ਕਿ ਅਜਿਹੇ ਹਾਲਾਤ ਕਿਉਂ ਪੈਦਾ ਹੋਏ, ਕਿਉਂ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਪਿਆਰੇ ਵਿਦਿਆਰਥੀਓ, ਦੁਨੀਆ ਵਿੱਚ ਬਹੁਤ ਸਾਰੇ ਦੇਸ਼ ਹਨ ਤੇ ਬਹੁਤ ਸਾਰੇ ਦੇਸ਼ਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਇਹ ਰਹੀ ਹੈ ਕਿ ਦੂਸਰੇ ਦੇਸ਼ਾਂ ਤੇ ਅਧਿਕਾਰ ਕਰੋ, ਉਹਨਾਂ ਨੂੰ ਆਪਣੀਆਂ ਬਸਤੀਆਂ ਬਣਾਓ, ਉਹਨਾਂ ਦਾ ਆਰਥਿਕ, ਰਾਜਨੀਤਿਕ ਤੇ ਸਮਾਜਿਕ ਲੁੱਟ ਕਰੋ ਉਹਨਾਂ ਦੀ। ਤਾਂ ਅਜਿਹੀ ਹੀ ਜਿਹੜੀ ਲੁੱਟ ਹੈ ਉਹ ਸਾਨੂੰ ਲੰਬਾ ਟਾਈਮ ਸਹਿਣੀ ਪਈ। ਬਰਤਾਨਵੀ ਹਕੂਮਤ ਨੇ ਸਾਡੇ ਉੱਪਰ ਲੰਬਾ ਸਮਾਂ ਸ਼ਾਸਨ ਕੀਤਾ। ਤੁਸੀਂ ਇਤਿਹਾਸ ਦੇ ਵਿੱਚ ਆਪਣੀਆਂ ਸਮਾਜਿਕ ਸਿੱਖਿਆ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਦੇ ਹੋਵੋਗੇ ਕਿ ਕਿਸ ਤਰ੍ਹਾਂ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਸਮੁੰਦਰਾਂ ਰਾਹੀਂ ਆਏ, ਸਾਡੇ ਇੱਥੇ ਵਸ ਗਏ ਤੇ ਹੌਲੀ ਹੌਲੀ ਉਹਨਾਂ ਨੇ ਸਾਡੇ ਲੋਕਾਂ ਤੇ ਹੀ ਅਧਿਕਾਰ ਕਰ ਲਿਆ। ਈਸਟ ਇੰਡੀਆ ਕੰਪਨੀ ਨੇ ਸਾਰੇ ਦੇਸ਼ ਵਿੱਚ ਆਪਣੇ ਪੈਰ ਫੈਲਾ ਲਏ ਤੇ ਇੱਕ ਸਮਾਂ ਅਜਿਹਾ ਆਇਆ ਜਦੋਂ ਸਾਰੇ ਦੇਸ਼ ਦਾ ਜਿਹੜਾ ਸ਼ਾਸਨ ਹੈ ਉਹਨਾਂ ਨੇ ਆਪਣੇ ਅਧੀਨ ਕਰ ਲਿਆ। ਲੋਕਾਂ ਦੇ ਜਿਹੜੇ ਅਧਿਕਾਰ ਹੈ ਉਹ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਗਏ। ਉਹਨਾਂ ਦਾ ਜਿਹੜਾ ਜੀਵਨ ਹੈ ਉਹ ਦੁੱਭਰ ਹੋਣਾ ਸ਼ੁਰੂ ਹੋ ਗਿਆ। ਮੁਸ਼ਕਲਾਂ ਸਾਡੇ ਲੋਕਾਂ ਤੇ ਆ ਪਈਆਂ। ਤਾਂ ਅਜਿਹੇ ਸਮੇਂ ਦੇ ਵਿੱਚ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਜਾਂ ਜਾਗਰਤ ਲੋਕ ਸੀਗੇ ਉਹਨਾਂ ਨੇ ਇੱਕ ਬੀੜਾ ਚੁੱਕਿਆ ਕਿ ਅਸੀਂ ਆਪਣੇ ਲੋਕਾਂ ਨੂੰ, ਆਪਣੇ ਦੇਸ਼ ਨੂੰ ਕਿਵੇਂ ਅਸੀਂ ਆਜ਼ਾਦ ਕਰਵਾਉਣਾ। ਕਿਉਂਕਿ ਜੇ ਸਾਡੇ ਕੋਲ ਆਜ਼ਾਦੀ ਨਹੀਂ ਹੈ ਤਾਂ ਅਸੀਂ ਆਪਣੇ ਪੂਰੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦੇ। ਤਾਂ ਜ਼ਰੂਰੀ ਹੈ ਕਿ ਅਜਿਹੀਆਂ ਲੜਾਈਆਂ ਲੜੀਆਂ ਜਾਣ, ਵਿਦੇਸ਼ੀ ਹਕੂਮਤਾਂ ਦੇ ਜਿਹੜੇ ਸ਼ਾਸਨ ਹੈ ਉਹਨਾਂ ਨੂੰ ਖਤਮ ਕੀਤਾ ਜਾਵੇ, ਤਾਂ ਹੀ ਅਸੀਂ ਜਿਹੜੀਆਂ ਆਪਣੀਆਂ ਸਰਕਾਰਾਂ ਹੈ ਬਣਾ ਸਕਾਂਗੇ, ਆਪਣੇ ਲੋਕਾਂ ਦੀ ਅਸੀਂ ਚੋਣ ਜਿਹੜੀ ਹੈ ਉਹ ਕਰ ਸਕਾਂਗੇ।
ਤਾਂ ਅਜਿਹੀ ਸੋਚ ਰੱਖਣ ਵਾਲੇ ਲੋਕਾਂ ਦੀ ਜਿਹੜੀ ਲਿਸਟ ਹੈ ਉਹ ਬਹੁਤ ਲੰਬੀ ਹੈ। ਜੇ ਅਸੀਂ ਉਹਨਾਂ ਦੇ ਨਾਮ ਲੈਣੇ ਸ਼ੁਰੂ ਕਰਾਂਗੇ ਤਾਂ ਅਸੀਂ ਗਿਣ ਨਹੀਂ ਪਾਵਾਂਗੇ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਅਣਖ ਹੈ ਉਹ ਜਾਗੀ। ਉਹਨਾਂ ਨੂੰ ਪਤਾ ਸੀ ਜੇ ਅਸੀਂ ਇਸ ਲੜਾਈ ਦੇ ਵਿੱਚ ਕੁੱਦਾਂਗੇ ਤਾਂ ਜੀਵਨ ਦਾ ਵਾਰਿਆ ਜਾਣਾ ਸਾਹਮਣੇ ਸੀ। ਤਾਂ ਇਹਨਾਂ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ, ਸਰਦਾਰ ਭਗਤ ਸਿੰਘ ਜੀ, ਸਰਦਾਰ ਊਧਮ ਸਿੰਘ ਜੀ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਆਜ਼ਾਦ, ਗਰਮਦਲੀ ਲੀਡਰ, ਨਰਮਦਲੀ ਲੀਡਰ, ਬਹੁਤ ਸਾਰੇ ਅਣਗਿਣਤ ਪਿਆਰੇ ਵਿਦਿਆਰਥੀਓ ਅੰਦੋਲਨ ਚੱਲੇ ਇਹਨਾਂ ਸਮਿਆਂ ਦੇ ਵਿੱਚ। ਤੇ ਇਹਨਾਂ ਅੰਦੋਲਨਾਂ ਦੇ ਨਾਲ ਜਿਹੜੇ ਅਣਖਾਂ ਵਾਲੇ ਲੋਕ ਸੀ, ਆਪਣੇ ਦੇਸ਼ ਨੂੰ ਆਜ਼ਾਦ ਦੇਖਣ ਵਾਲੇ, ਜਿਹੜੇ ਦੀ ਇੱਛਾ ਰੱਖਣ ਵਾਲੇ ਜਿਹੜੇ ਲੋਕ ਸੀ, ਉਹਨਾਂ ਅੰਦੋਲਨਾਂ ਦੇ ਨਾਲ ਉਹ ਜੁੜਦੇ ਗਏ ਤੇ ਇੱਕ ਦਿਨ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਲਿਆ। ਤਾਂ ਉਹਨਾਂ ਦੇ ਵਿੱਚੋਂ ਹੀ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਉੱਭਰ ਕੇ ਆਏ। ਉਹਨਾਂ ਦੀ ਖਾਸੀਅਤ ਇਹ ਰਹੀ, ਉਹਨਾਂ ਨੂੰ ਮਾਣ ਸਤਿਕਾਰ ਇਸ ਕਰਕੇ ਵੀ ਬਹੁਤ ਜ਼ਿਆਦਾ ਮਿਲਿਆ ਕਿਉਂਕਿ ਉਹਨਾਂ ਨੇ ਜਿਹੜੀ ਇਹ ਲੜਾਈ ਹੈ ਇਹ ਬਹੁਤ ਛੋਟੀ ਉਮਰ ਦੇ ਵਿੱਚ ਹੀ ਸ਼ੁਰੂ ਕਰਤੀ ਸੀ। ਜਿਵੇਂ ਤੁਸੀਂ ਪੜ੍ਹਦੇ ਹੋ, ਪੜ੍ਹਾਈਆਂ ਕਰਦੇ ਹੋ, ਸਕੂਲਾਂ ਵਿੱਚ ਜਾਂਦੇ ਹੋ, ਇਸੇ ਤਰ੍ਹਾਂ ਹੀ ਉਹਨਾਂ ਨੇ ਵੀ ਆਪਣਾ ਜਿਹੜਾ ਜੀਵਨ ਹੈ ਉਹ ਸ਼ੁਰੂ ਕੀਤਾ ਸੀ। ਪਰ ਜਿਹੜਾ ਜੀਵਨ ਹੈ ਉਹਦੇ ਵਿੱਚ ਬੜਾ ਬਦਲਾਅ ਆ ਗਿਆ। ਆਪਾਂ ਇਹਦੇ ਬਾਰੇ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਿੱਚ ਬਦਲਾਅ ਆਇਆ, ਕਿਸ ਤਰ੍ਹਾਂ ਉਹ ਦੂਜੀਆਂ ਚੀਜ਼ਾਂ ਤੋਂ, ਦੂਜੇ ਲੋਕਾਂ ਤੋਂ, ਅੰਦੋਲਨਾਂ ਤੋਂ ਪ੍ਰਭਾਵਿਤ ਹੋਏ ਤੇ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਕੋਲੇ ਜਿਹੜਾ ਆਪਦੀ ਜਾਨ ਵਾਰਨ ਦਾ ਜਿਹੜਾ ਜਜ਼ਬਾ ਹੈ ਉਹ ਕਿੱਥੋਂ ਆਇਆ। ਆਓ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ ਬਾਰੇ ਆਪਾਂ ਜਾਣਦੇ ਹਾਂ। ਪਿਆਰੇ ਵਿਦਿਆਰਥੀਓ, ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਜਨਮ ਹੈ ਉਹ 1896 ਈਸਵੀ ਦੇ ਵਿੱਚ ਹੋਇਆ ਸੀ, ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਮੰਗਲ ਸਿੰਘ ਸੀ ਤੇ ਉਹਨਾਂ ਦਾ ਜਿਹੜਾ ਪਿੰਡ ਹੈ ਉਹ ਸਰਾਭਾ ਸੀ। ਇਸੇ ਕਰਕੇ ਹੀ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਸਰਾਭਾ ਕਿਹਾ ਜਾਂਦਾ ਹੈ। ਸਰਾਭਾ ਜਿਹੜਾ ਸ਼ਬਦ ਹੈ ਉਹਨਾਂ ਦੇ ਨਾਮ ਨਾਲ, ਉਹਨਾਂ ਦੇ ਪਿੰਡ ਕਰਕੇ ਜੁੜ ਗਿਆ। ਇਹ ਪਿੰਡ ਲੁਧਿਆਣੇ ਤੋਂ ਰਾਏਕੋਟ ਜਾਣ ਵਾਲੀ ਸੜਕ ਤੇ ਲਗਭਗ 25 ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਸਰਾਭਾ ਦਾ ਨਾਂ ਸਰਾਭਾ ਜੁੜ ਗਿਆ। ਛੋਟੀ ਉਮਰ ਵਿੱਚ ਹੀ ਕਰਤਾਰ ਸਿੰਘ ਸਰਾਭਾ ਦੇ ਪਿਤਾ ਦਾ, ਪਿਆਰੇ ਵਿਦਿਆਰਥੀਓ, ਦੇਹਾਂਤ ਹੋ ਗਿਆ ਤੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹਨਾਂ ਦੇ ਦਾਦਾ ਜੀ ਨੇ ਕੀਤਾ। ਇਹ ਵੀ ਪਿਆਰੇ ਵਿਦਿਆਰਥੀਓ ਇੱਕ ਤਰਾਸਦੀ ਰਹੀ ਹੈ। ਜੇ ਤੁਸੀਂ ਮਹਾਨ ਲੋਕਾਂ ਬਾਰੇ ਪੜ੍ਹੋਗੇ ਤਾਂ ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਅਜਿਹੇ ਸੀਗੇ ਜਿਨ੍ਹਾਂ ਨੇ ਬਚਪਨ ਵਿੱਚ ਹੀ ਆਪਣੇ ਮਾਂ ਜਾਂ ਪਿਓ ਨੂੰ ਗਵਾ ਦਿੱਤਾ ਤੇ ਜਿਹੜਾ ਸੰਘਰਸ਼ ਹੈ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਉਹਦੀਆਂ ਕੀ ਸਮੱਸਿਆਵਾਂ ਹੁੰਦੀਆਂ ਹੈ, ਜੀਵਨ ਦੇ ਸ਼ੁਰੂ ਤੋਂ ਹੀ ਉਹਨਾਂ ਦਾ ਅਜਿਹੇ ਚੀਜ਼ਾਂ ਦੇ ਨਾਲ ਸਾਹਮਣਾ ਹੋਇਆ। ਤਾਂ ਇਸ ਤੋਂ ਅੱਗੇ ਉਹਨਾਂ ਦਾ ਜੀਵਨ ਵਧਿਆ। ਉਹਨਾਂ ਨੇ ਜਿਹੜੀ ਪੜ੍ਹਾਈ ਹੈ ਆਪਣੀ ਸ਼ੁਰੂ ਕੀਤੀ ਤੇ ਉਹਨਾਂ ਨੇ ਆਪਣੀ ਜਿਹੜੀ ਮੁੱਢਲੀ ਵਿੱਦਿਆ ਹੈ, ਜਿਵੇਂ ਤੁਸੀਂ ਆਪਣੇ ਸਕੂਲਾਂ ਤੋਂ ਪ੍ਰਾਪਤ ਕਰਦੇ ਹੋ, ਇਸੇ ਤਰ੍ਹਾਂ ਹੀ ਉਹ ਸਕੂਲਾਂ ਤੋਂ ਉਹਨਾਂ ਆਪਣੀ ਜਿਹੜੀ ਮੁੱਢਲੀ ਵਿੱਦਿਆ ਹੈ ਉਹ ਸ਼ੁਰੂ ਕੀਤੀ। ਪਿੰਡ ਦੇ ਸਕੂਲ ਵਿੱਚ ਉਹ ਪੜ੍ਹਨ ਲੱਗੇ। ਉਸ ਤੋਂ ਬਾਅਦ ਮਾਲਵਾ ਖਾਲਸਾ ਹਾਈ ਸਕੂਲ ਤੋਂ ਉਹਨਾਂ ਨੇ 8ਵੀਂ ਕੀਤੀ ਅਤੇ ਮਿਸ਼ਨ ਹਾਈ ਸਕੂਲ ਤੋਂ ਉਹਨਾਂ ਨੇ 10ਵੀਂ ਪਾਸ ਕੀਤੀ। ਤਾਂ ਇਸ ਤਰ੍ਹਾਂ ਉਹ ਪੜ੍ਹਦੇ ਪੜ੍ਹਦੇ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀਗੇ ਤੇ ਪੜ੍ਹਦੇ ਪੜ੍ਹਦੇ ਅੱਗੇ ਜਿਹੜੀਆਂ ਕਲਾਸਾਂ ਦੀਆਂ ਪੌੜੀਆਂ ਹੈ ਉਹ ਚੜ੍ਹਦੇ ਗਏ। ਇਸ ਉਪਰੰਤ ਉਹ ਆਪਣੇ ਚਾਚਾ ਜੀ ਸਰਦਾਰ ਵੀਰ ਸਿੰਘ ਜੀ ਕੋਲ ਉੜੀਸਾ ਚਲਾ ਗਿਆ। ਤਾਂ ਉਹਨਾਂ ਦੇ ਚਾਚਾ ਜੀ ਉੜੀਸਾ ਰਹਿੰਦੇ ਸੀ, ਉਹ ਉੱਥੇ ਚਲੇ ਗਏ। ਵੀਰ ਸਿੰਘ ਜੀ ਇੱਕ ਡਾਕਟਰ ਸੀ। 1 ਸਾਲ ਪਿੱਛੋਂ ਕਰਤਾਰ ਸਿੰਘ ਸਰਾਭਾ ਬਰਕਲੇ ਯੂਨੀਵਰਸਿਟੀ ਸਾਨ ਫਰਾਂਸਿਸਕੋ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਚਲੇ ਗਏ। ਪਿਆਰੇ ਵਿਦਿਆਰਥੀਓ, ਜਦੋਂ ਕਰਤਾਰ ਸਿੰਘ ਜੀ ਸਰਾਭਾ ਅਮਰੀਕਾ ਚਲੇ ਗਏ ਤਾਂ ਇੱਥੋਂ ਹੀ ਉਹਨਾਂ ਦੇ ਜੀਵਨ ਵਿੱਚ ਜਿਹੜਾ ਬਦਲਾਅ ਹੈ ਉਹ ਆਉਣਾ ਸ਼ੁਰੂ ਹੋਇਆ। ਕਿਸ ਤਰ੍ਹਾਂ ਜਿਹੜਾ ਇਹ ਬਦਲਾਅ ਹੈ ਉਹ ਆਉਣਾ ਸ਼ੁਰੂ ਹੋਇਆ ਉਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਇਹ ਜਿਹੜਾ ਸਮਾਂ ਹੈ ਜਦੋਂ ਉਹ ਅਮਰੀਕਾ ਦੇ ਵਿੱਚ ਪੜ੍ਹਨ ਗਏ ਤਾਂ ਇਹ 1910 ਈਸਵੀ ਦੀ ਗੱਲ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ 96 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ 15 ਸਾਲ ਦੀ ਉਮਰ ਦੇ ਵਿੱਚ ਉਹ ਇੱਥੇ ਪੜ੍ਹਨ ਲਈ ਚਲੇ ਗਏ ਸੀਗੇ। ਜਦੋਂ ਪਿਆਰੇ ਵਿਦਿਆਰਥੀਓ ਅਮਰੀਕਾ ਦੇ ਵਿੱਚ ਕਰਤਾਰ ਸਿੰਘ ਜੀ ਸਰਾਭਾ ਚਲੇ ਗਏ, ਉੱਥੇ ਉਹਨਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਤਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਨ ਜਾਂਦੇ ਸੀ, ਅੱਜ ਵੀ ਜਾਂ ਪੜ੍ਹਨ ਜਾਂਦੇ ਹੈ,
ਨਾਲ ਨਾਲ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਉਹ ਆਪਣੀ ਕਮਾਈ ਕਰਦੇ ਹੈ, ਕਮਾਈ ਕਰਕੇ ਫਿਰ ਉਹ ਆਪਣੀ ਪੜ੍ਹਾਈ ਦਾ ਖਰਚ ਕੱਢਦੇ ਆ, ਤੇ ਅਜਿਹੇ ਹੀ ਹਾਲਾਤ ਪੁਰਾਣੇ ਸਮੇਂ ਤੋਂ ਰਹੇ ਹੈ। ਤਾਂ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਨੇ ਵੀ ਆਪਣਾ ਜਿਹੜਾ ਕੰਮਕਾਰ ਹੈ ਉਹ ਨਾਲ ਸ਼ੁਰੂ ਕੀਤਾ, ਉਹ ਨਾਲ ਨਾਲ ਪੜ੍ਹਾਈ ਕਰਦੇ ਤੇ ਨਾਲ ਨਾਲ ਉਹ ਕੰਮ ਵੀ ਕਰਦੇ। ਤਾਂ ਇੱਥੇ ਜਦੋਂ ਉਹ ਰਹਿ ਰਹੇ ਸੀਗੇ ਤਾਂ ਇੱਕ ਬੜੀ ਵੱਡੀ ਜਿਹੜੀ ਆਪਾਂ ਕਹਿ ਸਕਦੇ ਹਾਂ ਘਟਨਾ ਹੋਈ, ਗਦਰ ਪਾਰਟੀ ਦੀ ਸਥਾਪਨਾ। ਪਿਆਰੇ ਵਿਦਿਆਰਥੀਓ, ਜਦੋਂ ਇੱਥੇ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਰਹਿੰਦੇ ਸੀਗੇ, ਜਦੋਂ ਕੰਮਕਾਰ ਕਰਦੇ ਸੀ, ਤਾਂ ਜਦੋਂ ਕੰਮਕਾਰ ਦੇ ਲਈ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰਨਾ ਪਿਆ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਵਿਤਕਰਾ ਹੈ ਉਹ ਕੀਤਾ ਜਾਂਦਾ ਹੈ। ਉਹਨਾਂ ਦੀ ਜਿਹੜੀ ਉਜ਼ਰ ਹੈ, ਮਿਹਨਤ ਹੈ, ਉਹਨਾਂ ਨੂੰ ਪੂਰੀ ਨਹੀਂ ਦਿੱਤੀ ਜਾਂਦੀ, ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਉਹਨਾਂ ਲਈ ਜਿਹੜੀ ਮੰਦੀ ਸ਼ਬਦਾਵਲੀ ਹੈ ਉਹ ਵਰਤੀ ਜਾਂਦੀ ਹੈ, ਉਹਨਾਂ ਲਈ ਜਿਹੜੇ ਗੁਲਾਮਾਂ ਵਾਲੇ ਸ਼ਬਦ ਹੈ ਉਹ ਵਰਤੇ ਜਾਂਦੇ ਹੈ, ਤੇ ਉਹਨਾਂ ਨੂੰ ਜਿਹੜਾ ਆਪਣਾ ਗੁਲਾਮ ਹੈ ਉਹ ਸਮਝਿਆ ਜਾਂਦਾ। ਤੇ ਇੱਥੋਂ ਹੀ ਜਿਹੜਾ ਉਹਨਾਂ ਦੇ ਵਿੱਚ ਇੱਕ ਭਾਵਨਾ ਪੈਦਾ ਹੋਈ ਕਿ ਉਹ ਇਹਨਾਂ ਸਥਿਤੀਆਂ ਨੂੰ ਬਦਲਣਗੇ, ਤੇ ਇੱਕ ਸਮਾਂ ਅਜਿਹਾ ਉਹ ਲੈ ਕੇ ਆਉਣਗੇ ਕਿ ਜਦੋਂ ਉਹਨਾਂ ਦਾ ਦੇਸ਼ ਆਜ਼ਾਦ ਹੋਵੇਗਾ ਤਾਂ ਉਹਨਾਂ ਨੂੰ ਕਿਸੇ ਦੀ ਗੁਲਾਮੀ ਦੇ ਵਿੱਚ ਕੰਮ ਨਹੀਂ ਕਰਨਾ ਪਵੇਗਾ। ਤਾਂ ਇਸ ਸਮੇਂ ਗਦਰ ਪਾਰਟੀ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਆਏ, ਤੇ ਉਹਨਾਂ ਦਾ ਜਿਹੜਾ ਜੀਵਨ ਵਿਸਥਾਰ ਹੈ ਉਹ ਹੁੰਦਾ ਗਿਆ, ਉਹਨਾਂ ਦੀ ਸੋਚ ਦਾ ਵਿਸਥਾਰ ਵੀ ਹੁੰਦਾ ਗਿਆ, ਤੇ ਆਜ਼ਾਦੀ ਦੀ ਲਹਿਰ ਨਾਲ ਉਹ ਹੋਰ ਨੇੜੇ ਤੋਂ ਜੁੜਦੇ ਗਏ। ਬਾਬਾ ਸੋਹਣ ਸਿੰਘ ਜੀ ਭਕਨਾ, ਲਾਲਾ ਹਰਦਿਆਲ, ਇਹ ਸਾਡੇ ਮਹਾਨ ਚਿੰਤਕ ਤੇ ਮਹਾਨ ਨੇਤਾ ਹੋਏ ਹੈ, ਇਹਨਾਂ ਦਾ ਪ੍ਰਭਾਵ ਕਰਤਾਰ ਸਿੰਘ ਜੀ ਤੇ ਬਹੁਤ ਪਿਆ। ਉਹ ਵੀ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਇਸ ਸਮੇਂ ਪਿਆਰੇ ਵਿਦਿਆਰਥੀਓ, ਜਿਹੜੀ ਗਦਰ ਪਾਰਟੀ ਸੀ ਉਹਨਾਂ ਵੱਲੋਂ ਇੱਕ ਅਖਬਾਰ ਕੱਢਿਆ ਜਾਂਦਾ ਸੀ ਜਿਸ ਨੂੰ ਕਿਹਾ ਜਾਂਦਾ ਸੀ ਗਦਰ। ਇਹਦੇ ਰਾਹੀਂ ਲੋਕਾਂ ਨੂੰ ਜਾਗਰਤ ਕੀਤਾ ਜਾਂਦਾ ਸੀ ਕਿ ਉਹਨਾਂ ਦੇ ਆਰਥਿਕ ਅਧਿਕਾਰ ਕੀ ਹੈ, ਉਹਨਾਂ ਦੇ ਰਾਜਨੀਤਿਕ ਅਧਿਕਾਰ ਕੀ, ਉਹਨਾਂ ਦੇ ਸਮਾਜਿਕ ਅਧਿਕਾਰ ਕੀ ਹੈ, ਤੇ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਉਹਨਾਂ ਦੀ ਜਿਹੜੀ ਲੁੱਟ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਤਾਂ ਜ਼ਰੂਰੀ ਸੀ ਕਿ ਜਿਹੜੀ ਸਰਕਾਰ ਹੈ ਉਹ ਇਹਨਾਂ ਚੀਜ਼ਾਂ ਨੂੰ ਕਦੇ ਵੀ ਲੋਕਾਂ ਦੇ ਵਿੱਚ ਫੈਲਣ ਨਹੀਂ ਦੇਣਾ ਚਾਹੁੰਦੀ ਸੀ, ਜਿਸ ਕਰਕੇ ਉਹ ਇਹਨਾਂ ਤੇ ਰੋਕ ਲਾਉਂਦੀ ਸੀ ਤੇ ਗਦਰ ਅਖਬਾਰ ਨੂੰ ਜਿਹੜਾ ਉਹ ਲੋਕਾਂ ਦੇ ਵਿੱਚ ਵੰਡਣ ਤੋਂ ਰੋਕਦੀ ਸੀ। ਤਾਂ ਅਜਿਹਾ ਜਿਹੜਾ ਸਮਾਂ ਸੀਗਾ ਉਹ ਇਹ ਵੀ ਸੀਗਾ ਕਿ ਅਖਬਾਰ 'ਚ ਲਿਖਣਾ ਵੀ ਹੈ, ਉਹਨੂੰ ਛਾਪਣਾ ਵੀ ਹੈ, ਉਹਨੂੰ ਲੋਕਾਂ ਤੱਕ ਪਹੁੰਚਾਉਣਾ ਵੀ ਹੈ। ਫਿਰ ਲੋਕ ਜਿਹੜੇ ਹੈ ਉਹ ਬਹੁਤੇ ਪੜ੍ਹੇ ਲਿਖੇ ਵੀ ਨਹੀਂ ਸੀਗੇ, ਤਾਂ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਪੜ੍ਹ ਕੇ ਸੁਣਾਵੇ। ਤਾਂ ਕਰਤਾਰ ਸਿੰਘ ਸਰਾਭਾ ਜੀ ਨੇ ਇਹਦੇ ਵਿੱਚ ਆਪਣਾ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਪਲੇ ਕੀਤਾ। ਉਹਨਾਂ ਨੇ ਇਸ ਅਖਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ, ਉਹਨਾਂ ਨੂੰ ਸੁਣਾਉਣ ਦਾ ਜਿਹੜਾ ਬੀੜਾ ਹੈ ਚੁੱਕਿਆ, ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਹੈ ਉਹਨਾਂ ਨੂੰ ਜਾਗਰਤ ਕੀਤਾ ਜਾ ਸਕੇ। ਤਾਂ ਇਹਦੇ ਲਈ ਜਿਹੜੀ ਫੰਡਿੰਗ ਹੈ, ਪੈਸਾ ਹੈ, ਉਹਦੀ ਵੀ ਲੋੜ ਸੀ, ਤਾਂ ਉਹਦੇ ਲਈ ਵੀ ਕਰਤਾਰ ਸਿੰਘ ਸਰਾਭਾ ਜੀ ਨੇ ਪੂਰੀ ਮਿਹਨਤ ਕੀਤੀ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਗਦਰ ਲਹਿਰ ਦੇ ਪ੍ਰਭਾਵ ਵਿੱਚ ਆ ਕੇ ਚੰਗੇ ਚੰਗੇ ਕ੍ਰਾਂਤੀਕਾਰੀ ਲੋਕਾਂ ਨਾਲ ਮਿਲ ਕੇ ਉਹ ਅਜਿਹੇ ਤਰੀਕੇ ਸਿੱਖਦੇ ਗਏ ਕਿ ਅੰਗਰੇਜ਼ਾਂ ਨੂੰ ਕਿਵੇਂ ਭਾਰਤ ਦੇ ਵਿੱਚੋਂ ਕੱਢਿਆ ਜਾਵੇ ਤੇ ਅਸੀਂ ਵੀ ਆਜ਼ਾਦੀ ਦਾ ਜਿਹੜਾ ਨਿੱਘ ਹੈ ਉਹ ਮਾਣ ਸਕੀਏ। ਤੁਸੀਂ ਆਪਣੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਦੇ ਹੋਵੋਗੇ ਕਿ 2 ਵਿਸ਼ਵ ਯੁੱਧ ਜਿਹੜੇ ਹੈ ਉਹ ਹੁਣ ਤੱਕ ਲੜੇ ਜਾ ਚੁੱਕੇ ਹੈ। ਤਾਂ ਜਦੋਂ ਕਰਤਾਰ ਸਿੰਘ ਸਰਾਭਾ ਜੀ ਦਾ ਜੀਵਨ ਜਵਾਨੀ ਵੱਲ ਵੱਧ ਰਿਹਾ ਸੀ, 16-17 ਸਾਲ ਦੀ ਉਮਰ ਦੇ ਵਿੱਚ ਉਹ ਚੱਲ ਰਹੇ ਸੀ, ਪੜ੍ਹਾਈ ਕਰ ਰਹੇ ਸੀ, ਗਦਰ ਦੀ ਜਿਹੜੀ ਜਾਣਕਾਰੀ ਹੈ ਉਹ ਲੋਕਾਂ 'ਚ ਫੈਲਾ ਰਹੇ ਸੀ, ਤਾਂ ਇਸੇ ਸਮੇਂ ਹੀ ਜਿਹੜਾ ਪਹਿਲਾ ਵਿਸ਼ਵ ਯੁੱਧ ਹੈ 1914 ਦੇ ਵਿੱਚ ਉਹ ਲੱਗ ਗਿਆ। ਤਾਂ ਇਹ ਯੁੱਧ ਜਿਹੜਾ ਹੈ ਤੁਹਾਨੂੰ ਪਤਾ ਹੈ ਲੰਬਾ ਸਮਾਂ ਚੱਲਿਆ। ਲੰਬਾ ਸਮਾਂ ਚੱਲਣ ਨਾਲ ਜਿਹੜੀ ਬਰਤਾਨੀਆ ਦੀ ਸਰਕਾਰ ਹੈ, ਕਿਉਂਕਿ ਉਹ ਇਸ ਯੁੱਧ ਦੇ ਵਿੱਚ ਸ਼ਾਮਲ ਸੀ, ਤਾਂ ਉਹਦੀ ਜਿਹੜੀ ਸਥਿਤੀ ਹੈ ਉਹ ਹੌਲੀ ਹੌਲੀ ਡਾਊਨ ਹੋਣ ਲੱਗੀ, ਕਿਉਂਕਿ ਆਰਥਿਕਤਾ ਦਾ ਜਿਹੜਾ ਭਾਰ ਹੈ ਉਹ ਵੀ ਵਧਣ ਲੱਗਿਆ। ਯੁੱਧ ਲੜਨ ਵਾਸਤੇ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਮੈਨ ਪਾਵਰ ਹੈ ਉਹਦੀ ਵੀ ਲੋੜ ਸੀਗੀ, ਤਾਂ ਬਹੁਤ ਸਾਰੇ ਭਾਰਤੀ ਸਿਪਾਹੀਆਂ ਨੂੰ ਵੀ ਇਸ ਯੁੱਧ ਦੇ ਵਿੱਚ ਵਰਤਿਆ ਗਿਆ। ਤਾਂ ਜਿਹੜੀ ਗਦਰ ਪਾਰਟੀ ਹੈ ਉਹਨੇ ਦੇਖਿਆ ਕਿ ਇਹ ਇੱਕ ਸਮਾਂ ਹੈ ਜਦੋਂ ਬਰਤਾਨੀਆ ਸਰਕਾਰ ਥੋੜ੍ਹੀ ਕਮਜ਼ੋਰ ਹੈ, ਤੇ ਜੇ ਹੁਣ ਲੋਕਾਂ ਦੇ ਵਿੱਚ ਗਦਰ ਫੈਲਾਇਆ ਜਾਵੇ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਕਿਹੜੇ ਵਧੀਆ ਨਤੀਜੇ ਹੈ ਉਹ ਆ ਸਕਦੇ ਹੈ। ਤਾਂ ਇਸ ਸਮੇਂ ਦੇ ਵਿੱਚ ਕੁਛ ਐਸੀਆਂ ਪਲੈਨਿੰਗ ਕੀਤੀਆਂ ਗਈਆਂ ਕਿ ਜਿਹੜੀ ਆਰਮੀ ਹੈ, ਅੰਗਰੇਜ਼ਾਂ ਦੀ ਆਰਮੀ ਹੈ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤ ਦੇ ਲੋਕ ਭਰਤੀ ਸੀਗੇ, ਵੀ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਉਹਨਾਂ ਨੂੰ ਜਾਗਰਤ ਕਰਕੇ ਉਹਨਾਂ ਤੋਂ ਜਿਹੜਾ ਵਿਦਰੋਹ ਹੈ ਉਹ ਕਰਵਾਇਆ ਜਾਵੇ, ਕਿਉਂਕਿ ਉਹਨਾਂ ਨੂੰ ਜੰਗਾਂ ਯੁੱਧਾਂ ਦੀ ਜਾਣਕਾਰੀ ਵੀ ਸੀ, ਉਹਨਾਂ ਕੋਲੇ
ਹਥਿਆਰ ਵੀ ਸੀਗੇ। ਤਾਂ ਗਦਰ ਪਾਰਟੀ ਨੇ ਇਹ ਜਿਹੜਾ ਬੀੜਾ ਹੈ ਇਹ ਚੁੱਕਿਆ। ਉਹਨਾਂ ਨੂੰ ਜਿਹੜਾ ਇਹ ਸਮਾਂ ਹੈ ਇਹ ਬੜਾ ਢੁਕਵਾਂ ਜਾਪਿਆ। ਤਾਂ ਉਹਨਾਂ ਨੇ ਆਪਣਾ ਜਿਹੜਾ ਗਦਰ ਅਖਬਾਰ ਚੱਲਦਾ ਸੀ ਉਸ ਅਖਬਾਰ ਦੇ ਰਾਹੀਂ ਅੰਗਰੇਜ਼ਾਂ ਦੇ ਵਿਰੁੱਧ ਜਿਹੜੀ ਲੜਾਈ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਇਹ ਸਾਡੇ ਦੇਸ਼ ਦੀ ਲੁੱਟ ਕਰ ਰਹੇ ਹੈ, ਇਹ ਸਾਨੂੰ ਆਰਥਿਕ ਸਮਾਜਿਕ ਰਾਜਨੀਤਿਕ ਤੌਰ ਤੇ ਤਬਾਹ ਕਰ ਰਹੇ ਹੈ ਤੇ ਸਾਡੀ ਜਿਹੜੀ ਆਰਥਿਕਤਾ ਹੈ ਉਹਨੂੰ ਲੁੱਟ ਕੇ ਇਹ ਜੰਗਾਂ ਯੁੱਧਾਂ ਦੇ ਵਿੱਚ ਖਰਚ ਕਰ ਰਹੇ ਆ। ਜਦੋਂ ਕਿ ਜਿਹੜੇ ਲੋਕ ਹੈ ਉਹ ਭੁੱਖਮਰੀ ਦਾ ਸ਼ਿਕਾਰ ਸੀਗੇ, ਕਾਲ ਪੈ ਰਹੇ ਸੀਗੇ, ਪਾਣੀ ਦੀ ਲੋਕਾਂ ਨੂੰ ਲੋੜ ਸੀ, ਫਸਲਾਂ ਤਬਾਹ ਹੋ ਰਹੀਆਂ ਸੀਗੀਆਂ। ਅਸਲ ਵਿੱਚ ਸਥਿਤੀਆਂ ਐਸੀਆਂ ਸੀ, ਪਰ ਜਿਹੜੀ ਭਾਰਤ ਦੀ ਪੂੰਜੀ ਹੈ ਜਿਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਹਦੀ ਜਿਹੜੀ ਲੁੱਟ ਕਰਕੇ ਜਿਹੜੀ ਬਰਤਾਨਵੀ ਸਰਕਾਰ ਹੈ ਉਹ ਜੰਗਾਂ ਯੁੱਧਾਂ ਦੇ ਵਿੱਚ ਇਹਦੀ ਜਿਹੜੀ ਵਰਤੋਂ ਹੈ ਉਹ ਕਰ ਰਹੀ ਸੀ। ਤਾਂ ਇਸ ਕਰਕੇ ਜਿਹੜੇ ਲੋਕ ਹੈ ਉਹ ਵੀ ਇਸ ਚੀਜ਼ ਨੂੰ ਸਮਝਣ ਲੱਗੇ ਤਾਂ ਗਦਰ ਪਾਰਟੀ ਦਾ ਜਿਹੜਾ ਘੇਰਾ ਹੈ ਉਹ ਵੀ ਵਿਸ਼ਾਲ ਹੋਣ ਲੱਗਿਆ। ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਜੰਗ ਹੈ ਉਹਦਾ ਐਲਾਨ ਕਰ ਦਿੱਤਾ ਗਿਆ ਕਿ ਜਿਹੜੀ ਸਿੱਧੀ ਜੰਗ ਹੈ ਅੰਗਰੇਜ਼ਾਂ ਦੇ ਵਿਰੁੱਧ ਲੜੀ ਜਾਊਗੀ। ਕਿਉਂਕਿ ਗਦਰ ਪਾਰਟੀ ਦੇ ਵਿੱਚ ਵਿਚਰਦਿਆਂ ਕਰਤਾਰ ਸਿੰਘ ਸਰਾਭਾ ਜੀ ਨੇ ਆਪਣੇ ਜੀਵਨ ਦੇ ਵਿੱਚ ਹੋਰ ਬੜਾ ਕੁਝ ਸਿੱਖਿਆ ਕਿ ਸਰਕਾਰਾਂ ਦਾ ਜਿਹੜਾ ਵਿਰੋਧ ਹੈ ਉਹ ਕਿਸ ਤਰੀਕੇ ਨਾਲ ਕਰਨਾ ਹੈ। ਉਹਨਾਂ ਨੇ ਹਥਿਆਰਾਂ ਦੀ ਟ੍ਰੇਨਿੰਗ ਹੈ ਉਹ ਵੀ ਲਈ, ਆਰਮੀ ਨਾਲ ਉਹਨਾਂ ਨੇ ਗੱਲਬਾਤ ਕੀਤੀ, ਜਿਹੜੇ ਸਾਡੇ ਲੋਕ ਆਰਮੀ ਦੇ ਵਿੱਚ ਸ਼ਾਮਲ ਸੀਗੇ, ਹਥਿਆਰਬੰਦ ਲੋਕ ਸੀਗੇ। ਤਾਂ ਇੱਕ ਬਹੁਤ ਵੱਡਾ ਜਿਹੜਾ ਇਹ ਕੰਮ ਸੀਗਾ। ਦੇਖਣ ਨੂੰ ਚਾਹੇ ਇਹ ਛੋਟਾ ਲੱਗਦਾ ਹੋਵੇ ਪਰ ਜਿਹੜੀ ਬਰਤਾਨਵੀ ਹਕੂਮਤ ਹੈ ਉਹਦਾ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ਾਸਨ ਸੀ ਤੇ ਐਡੇ ਵੱਡੇ ਸ਼ਾਸਨ ਦੇ ਨਾਲ ਟੱਕਰ ਲੈਣੀ ਕੋਈ ਛੋਟੀ ਗੱਲ ਨਹੀਂ ਹੁੰਦੀ। ਉਹ ਵੀ ਉਸ ਸਮੇਂ ਦੇ ਵਿੱਚ ਜਦੋਂ ਕਿ ਤੁਹਾਡੇ ਕੋਲੇ ਬਹੁਤ ਸਾਰੇ ਜਿਹੜੇ ਸਾਧਨ ਹੈ ਉਹ ਨਾ ਹੋਣ। ਉਹਨਾਂ ਸਮਿਆਂ ਦੇ ਵਿੱਚ ਤੁਸੀਂ ਦੇਖੋ ਕਿੰਨੇ ਕੁ ਸਾਧਨ ਹੁੰਦੇ ਸੀ ਕਿ ਐਡੀਆਂ ਵੱਡੀਆਂ ਸਰਕਾਰਾਂ ਦੇ ਵਿਰੁੱਧ ਜਿਹੜੀ ਲੜਾਈ ਹੈ ਉਹ ਲੜੀ ਜਾ ਸਕੇ। ਤਾਂ ਇਸ ਗੱਲੋਂ ਪਿਆਰੇ ਵਿਦਿਆਰਥੀ ਜਿਹੜੀ ਸਰਕਾਰ ਹੈ ਉਹ ਵੀ ਅਵੇਅਰ ਸੀ। ਤਾਂ ਉਹਨਾਂ ਨੇ ਗਦਰ ਲਹਿਰ ਨਾਲ ਜੁੜੇ ਹੋਏ ਲੋਕਾਂ ਨੂੰ ਹੌਲੀ ਹੌਲੀ ਫੜਨਾ ਸ਼ੁਰੂ ਕਰਤਾ। ਜਿਵੇਂ ਜਿਵੇਂ ਉਹ ਭਾਰਤ ਦੇ ਵਿੱਚ ਆਉਂਦੇ ਤਾਂ ਉਹਨਾਂ ਨੂੰ ਫੜਨਾ, ਤਸੀਹੇ ਦੇਣਾ, ਮਾਰਨਾ, ਅਜਿਹੇ ਜਿਹੜੇ ਕੰਮ ਹੈ ਉਹ ਸ਼ੁਰੂ ਕਰ ਦਿੱਤੇ ਗਏ। ਤਾਂ ਜਿਹੜੀ ਹਿੰਦੁਸਤਾਨੀ ਆਰਮੀ ਸੀਗੀ ਜਿਹੜੀ ਅੰਗਰੇਜ਼ਾਂ ਨੇ ਬਣਾਈ ਹੋਈ ਸੀ, ਡਿਫੈਂਸ ਆਫ ਇੰਡੀਆ ਐਕਟ ਅਧੀਨ ਜਿਹੜੇ ਇਹ ਲੋਕ ਹੈ ਇਹਨਾਂ ਨੂੰ ਫੜ ਲੈਂਦੀ ਸੀ। ਪਰ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਕੁਝ ਜਿਹੜੇ ਸਾਥੀ ਹੈ ਉਹ ਇਹਨਾਂ ਨੂੰ ਝਕਾਨੀ ਦਿੰਦੇ ਹੋਏ ਭਾਰਤ ਦੇ ਵਿੱਚ ਸ਼ਾਮਲ ਹੋ ਗਏ। ਕਿਉਂਕਿ ਉਦੋਂ ਸਮੁੰਦਰੀ ਰਸਤਿਆਂ ਰਾਹੀਂ ਆਇਆ ਜਾਂਦਾ ਸੀ। ਤਾਂ ਅਮਰੀਕਾ ਤੋਂ, ਅਫਰੀਕਾ ਤੋਂ ਜਿਹੜੇ ਲੋਕ ਹੈ ਉਦੋਂ ਆਏ ਭਾਰਤ ਦੀ ਆਜ਼ਾਦੀ ਲੜਾਈ ਲੜਨ, ਤਾਂ ਉਹਨਾਂ ਨੂੰ ਬਹੁਤ ਸਾਰੇ ਸਮੁੰਦਰੀ ਤੱਟਾਂ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਬਹੁਤਿਆਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ, ਕਾਲੇ ਪਾਣੀ ਭੇਜ ਦਿੱਤਾ ਗਿਆ। ਪਰ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਬਚਦੇ ਬਚਾਉਂਦੇ ਇੱਥੋਂ ਨਿਕਲ ਗਏ ਤੇ ਇਹਨਾਂ ਲੋਕਾਂ ਦੀ ਜਿਹੜੀ ਅਗਵਾਈ ਹੈ ਉਹ ਵੀ ਕਰਤਾਰ ਸਿੰਘ ਜੀ ਕਰ ਰਹੇ ਸੀ। ਕਰਤਾਰ ਸਿੰਘ ਜੀ ਬਚਦੇ ਬਚਾਉਂਦੇ ਭਾਰਤ ਦੇ ਵਿੱਚ ਆਏ। ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਜਿਹੜਾ ਬੀੜਾ ਚੁੱਕਿਆ ਹੋਇਆ ਸੀ ਉਹਦੇ ਤੇ ਉਹਨਾਂ ਨੇ ਕੰਮ ਕਰਨਾ ਜਾਰੀ ਰੱਖਿਆ ਤੇ ਉਹਨਾਂ ਨੇ ਜਿਹੜਾ ਵਿਦਰੋਹ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਉਹਦੇ ਵਿੱਚ ਉਹ ਸਫਲ ਹੋਣ ਦੇ ਬਿਲਕੁਲ ਕਰੀਬ ਪਹੁੰਚ ਗਏ ਸੀ। ਤਾਂ ਪਰ ਪਿਆਰੇ ਵਿਦਿਆਰਥੀਓ, ਇੱਕ ਬੜੀ ਤਰਾਸਦੀ ਰਹੀ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਕਿ ਜਿੱਥੇ ਯੋਧੇ ਲੋਕ ਪੈਦਾ ਹੁੰਦੇ ਰਹੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀ ਰੱਖਿਆ ਦਾ ਜਿਹੜਾ ਬੀੜਾ ਸੀ ਉਹ ਚੁੱਕਿਆ, ਤਾਂ ਨਾਲ ਨਾਲ ਕੁਝ ਐਸੇ ਲੋਕ ਵੀ ਪੈਦਾ ਹੁੰਦੇ ਰਹੇ ਜਿਹੜੇ ਅੰਗਰੇਜ਼ੀ ਹਕੂਮਤ ਦੇ ਉਹਨਾਂ ਦੇ ਜਾਣਕਾਰ ਬਣਦੇ ਸੀਗੇ ਤੇ ਦੇਸ਼ ਭਗਤਾਂ ਦੀ ਜਿਹੜੀਆਂ ਖਬਰਾਂ ਹੈ ਉਹ ਉਹਨਾਂ ਨੂੰ ਦਿੰਦੇ ਸੀਗੇ, ਜਿਸ ਕਰਕੇ ਦੇਸ਼ ਭਗਤਾਂ ਦੀ ਜਿਹੜੀ ਸਾਰੀ ਪਲੈਨਿੰਗ ਹੈ, ਉਹਨਾਂ ਦੇ ਕੰਮ ਹੈ, ਉਹ ਧਰੇ ਧਰਾਏ ਰਹਿ ਜਾਂਦੇ ਸੀ। ਤਾਂ ਇਸੇ ਤਰ੍ਹਾਂ ਹੀ ਕਰਤਾਰ ਸਿੰਘ ਸਰਾਭਾ ਜੀ ਜਦੋਂ ਜਿਹੜੇ ਫੌਜੀ ਹਕੂਮਤ ਦੇ ਵਿੱਚ ਫੌਜ ਦੇ ਵਿੱਚ ਸਾਡੇ ਫੌਜੀ ਕੰਮ ਕਰਦੇ ਸੀ, ਬਹੁਤ ਸਾਰੀਆਂ ਛਾਉਣੀਆਂ ਦੇ ਵਿੱਚ ਉਹਨਾਂ ਨੇ ਸੰਪਰਕ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ ਕਿ ਆਪਾਂ ਵਿਦਰੋਹ ਕਰੀਏ। ਬਹੁਤ ਸਾਰੇ ਲੋਕ ਤਿਆਰ ਹੋ ਗਏ ਕਿਉਂਕਿ ਪਹਿਲੇ ਵਿਸ਼ਵ ਯੁੱਧ ਕਰਕੇ ਜਿਹੜੀ ਸਰਕਾਰ ਹੈ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ ਤਾਂ ਬੜਾ ਵਧੀਆ ਮੌਕਾ ਸੀ, ਇਹਨੂੰ ਸਮਝਦੇ ਸੀ ਸਾਰੇ। ਤਾਂ ਉਹਨਾਂ ਨੇ ਇਸ ਤਿਆਰੀ ਦੇ ਵਿੱਚ ਕਰਤਾਰ ਸਿੰਘ ਜੀ ਦਾ ਸਾਥ ਦੇਣ ਦਾ ਜਿਹੜਾ ਵਾਅਦਾ ਹੈ ਉਹ ਕੀਤਾ। ਸਾਰੀ ਤਿਆਰੀ ਹੋ ਗਈ ਸੀ, ਸਾਰੇ ਤਿਆਰ ਸੀਗੇ, ਸਾਰਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਸੀ। ਸਾਰੀਆਂ ਛਾਉਣੀਆਂ ਦੇ ਵਿੱਚ ਫੌਜੀਆਂ ਨਾਲ ਜਿਹੜੇ ਸੰਪਰਕ ਹੈ ਉਹ ਬਣਾਏ ਗਏ। ਦੂਜੇ ਜਿਹੜੇ ਕ੍ਰਾਂਤੀਕਾਰੀ ਹੈ ਉਹਨਾਂ ਨਾਲ ਵੀ ਜਿਹੜਾ ਮੇਲ ਜੋਲ ਹੈ ਉਹ ਕੀਤਾ ਗਿਆ। ਪਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜੀ ਸਰਕਾਰ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿਹੜੀਆਂ ਗਤੀਵਿਧੀਆਂ ਹੈ ਉਹ ਅੰਦਰ ਖਾਤੇ ਕੀ ਚੱਲ ਰਹੀਆਂ ਹੈ, ਕਿਉਂਕਿ ਉਹਨਾਂ ਕੋਲ ਆਪਣੇ ਮੁਖਬਰ ਹੁੰਦੇ ਆ, ਉਹਨਾਂ ਨੇ ਪਾਲੇ ਹੁੰਦੇ ਹੈ। ਇਸੇ ਤਰ੍ਹਾਂ ਹੀ ਇੱਕ ਜੋ ਮੁਖਬਰ ਹੈ ਕਿਰਪਾਲ ਸਿੰਘ, ਉਹ ਇਹਨਾਂ ਦੇ ਵਿੱਚ
क्रांतिकारी बन के शामिल हो गया। सारिया जिहड़ियां खबरां है वो पुलिस नूं उहने देणियां शुरू कीतियां, जिस करके ਜਿਹੜੀਆਂ ਚੌਂਕੀਆਂ ਸੀ ਉਹਨਾਂ ਵਿੱਚ ਵਿਦਰੋਹ ਦੀ ਜਿਹੜੀ ਗੱਲਬਾਤ ਹੈ ਉਹ ਸਿਰੇ ਚਾੜਨ ਦੇ ਵਿੱਚ ਅੜਿੱਕਾ ਲੱਗਿਆ। ਪਹਿਲਾਂ ਜਿਹੜੀ 15 ਤਰੀਕ ਹੈ ਉਹ ਤੈਅ ਕੀਤੀ ਗਈ, ਉਸ ਦੀ ਜਿਹੜੀ ਖਬਰ ਹੈ ਉਹ ਸਰਕਾਰ ਨੂੰ ਹੋ ਗਈ। ਫਿਰ 19 ਤਰੀਕ ਤੈਅ ਕੀਤੀ ਗਈ, ਉਸ ਦੀ ਜਿਹੜੀ ਖਬਰ ਵੀ ਸਰਕਾਰ ਨੂੰ ਮਿਲ ਗਈ, ਕਿਉਂਕਿ ਜਿਹੜੇ ਮੁਖਬਰ ਸੀਗੇ ਉਹ ਇਹਨਾਂ ਲੋਕਾਂ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਸੀ ਕ੍ਰਾਂਤੀਕਾਰੀਆਂ ਦਾ ਭੇਸ ਬਣਾ ਕੇ। ਤਾਂ ਇਸ ਤਰ੍ਹਾਂ ਕਰਕੇ ਜਿਹੜਾ ਸਰਕਾਰ ਹੈ ਉਹਨੇ ਜਿਹੜੀ ਇਹ ਗਦਰ ਲਹਿਰ ਸੀ ਇਹਦੇ 'ਤੇ ਪੂਰੀ ਤਰ੍ਹਾਂ ਸਕੰਜਾ ਕੱਸ ਦਿੱਤਾ। ਜਿਹੜੀਆਂ ਗ੍ਰਿਫਤਾਰੀਆਂ ਹੈ ਉਹਨਾਂ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਹੋ ਗਿਆ, ਜਿਹੜੇ ਕ੍ਰਾਂਤੀਕਾਰੀ ਹੈ ਉਹ ਫੜੇ ਜਾਣ ਲੱਗੇ। ਪਰ ਕਰਤਾਰ ਸਿੰਘ ਸਰਾਭਾ ਤੇ ਆਪਣੇ ਜਿਹੜੇ ਸਾਥੀ ਹਰਨਾਮ ਸਿੰਘ ਟੁੰਡੀਲਾਟ, ਜਗਤ ਸਿੰਘ ਸੁਰਪੁਰੀਆ ਦੇ ਨਾਲ ਗੱਡੀ ਚੜ੍ਹ ਕੇ ਉਹ ਲੈਲਪੁਰ ਵੱਲ ਨੂੰ ਚਲੇ ਗਏ, ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਜਿਹੜੀ ਸਾਰੀ ਗੱਲ ਹੈ ਇਹ ਸਿਰੇ ਨਹੀਂ ਲੱਗਣੀ ਤਾਂ ਉਹਨਾਂ ਨੇ ਥੋੜ੍ਹਾ ਆਪਣਾ ਬਚਾਅ ਕਰਨ ਦੀ ਸੋਚੀ, ਤਾਂ ਕਿ ਜਿਹੜੀਆਂ ਹੋਰ ਗਤੀਵਿਧੀਆਂ ਹੈ ਉਹਨਾਂ ਨੂੰ ਨਾਲ ਨਾਲ ਚਲਾਇਆ ਜਾ ਸਕੇ ਤੇ ਹੋਰ ਪਾਸੇ ਅੱਗੇ ਵਧਿਆ ਜਾ ਸਕੇ। ਤਾਂ ਇਸੇ ਤਰ੍ਹਾਂ ਹੀ ਫਿਰ ਉਹ ਚੱਲਦੇ ਚੱਲਦੇ ਪਿਸ਼ਾਵਰ ਤੋਂ ਹੁੰਦੇ ਹੋਏ ਸਰਹੱਦੀ ਸਥਾਨ ਮਿਜ਼ਨੀ ਪਹੁੰਚ ਗਏ। ਇਸ ਦੌਰਾਨ ਜਿਹੜੇ ਕੁਝ ਗਦਰੀ ਸੀਗੇ ਉਹ ਨਿਰਉਤਸ਼ਾਹਿਤ ਹੋ ਗਏ। ਤਾਂ ਪਿਆਰੇ ਵਿਦਿਆਰਥੀਓ, ਜਿਵੇਂ ਪਹਿਲਾਂ ਗੱਲ ਕੀਤੀ ਕਿ ਉਹਨਾਂ ਨੇ ਇੱਕ ਬੜਾ ਵਧੀਆ ਪ੍ਰੋਗਰਾਮ ਬਣਾਇਆ ਸੀ ਕਿ ਬਰਤਾਨਵੀ ਹਕੂਮਤ ਕਮਜ਼ੋਰ ਹੈ, ਹੁਣ ਆਪਾਂ ਗਦਰ ਕਰਾਂਗੇ ਤੇ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਹੈ ਉਹ ਅਸੀਂ ਪੱਟ ਦੇਵਾਂਗੇ, ਪਰ ਉਹ ਸਿਰੇ ਨਹੀਂ ਲੱਗੀ। ਤਾਂ ਜਦੋਂ ਇਹੀ ਪਲੈਨਿੰਗ ਸਿਰੇ ਨਾ ਚੜ੍ਹੇ ਤਾਂ ਬੰਦਾ ਜਿਹੜਾ ਹੈ ਉਹ ਨਿਰਉਤਸ਼ਾਹਿਤ ਹੋ ਜਾਂਦਾ, ਉਦਾਸ ਹੋ ਜਾਂਦਾ ਹੈ। ਅਜਿਹੀ ਕੁਝ ਗਦਰੀਆਂ ਨਾਲ ਹੋਇਆ, ਪਰ ਫਿਰ ਵੀ ਉਹਨਾਂ ਦੇ ਜਿਹੜੇ ਹੌਸਲੇ ਹੈ ਉਹਨਾਂ ਦਾ ਸਾਹਿਤ ਜਿਹੜਾ ਹੈ ਉਹ ਬੁਲੰਦ ਕਰਦਾ ਸੀ। ਤਾਂ ਗਦਰ ਦੀ ਗੂੰਜ ਕਵਿਤਾ ਦੀ ਜਿਹੜੀ ਤੁਕ ਹੈ ਉਹਨਾਂ ਦੇ ਕੰਨੀ ਜਦੋਂ ਦੁਬਾਰਾ ਪਈ, ਬਈ ਸਿਰ ਸ਼ੇਰਾਂ ਦੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਦੇ ਵਿਚਾਰ ਨੇ ਉਹਨਾਂ ਨੂੰ ਮੁੜ ਪੰਜਾਬ ਆਉਣ ਦੀ ਪ੍ਰੇਰਨਾ ਦਿੱਤੀ ਕਿ ਸਿਰ ਤੇ ਜਿਹੜੀ ਹੈ ਉਹ ਸ਼ੇਰਾਂ ਦੇ ਬਣੀ ਹੈ। ਸ਼ੇਰ ਜਿਹੜੇ ਆ ਉਹ ਮੈਦਾਨ ਛੱਡ ਕੇ ਨਹੀਂ ਭੱਜਦੇ। ਤਾਂ ਫਿਰ ਉਹਨਾਂ ਨੇ ਜਿਹੜੀ ਵਾਪਸੀ ਹੈ ਉਹ ਕੀਤੀ। ਤਾਂ ਜਿਹੜੀ ਵਾਪਸੀ ਹੈ ਉਹਦੇ ਲਈ ਸਰਕਾਰ ਜਿਹੜੀ ਹੈ ਉਹ ਬੜੀ ਸਖਤ ਹੋ ਚੁੱਕੀ ਸੀ। ਤਾਂ ਉਹਨਾਂ ਨੇ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ। ਇਹਨਾਂ ਗ੍ਰਿਫਤਾਰੀਆਂ ਦੇ ਵਿੱਚੋਂ ਹੀ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਸਰਗੋਧੇ ਵਿਖੇ ਫੜੇ ਗਏ। ਤਾਂ ਉਹਨਾਂ 'ਤੇ ਜਿਹੜੇ ਮੁਕੱਦਮੇ ਹੈ ਉਹ ਚਲਾਏ ਗਏ, ਕਿਉਂਕਿ ਸਰਕਾਰਾਂ ਵੀ ਉਹਨਾਂ ਦੀਆਂ ਸੀ, ਅਦਾਲਤਾਂ ਵੀ ਉਹਨਾਂ ਦੀਆਂ ਸੀ। ਤਾਂ ਉਹਨਾਂ ਨੂੰ ਦੇਸ਼ ਧਰੋਹੀ ਜਿਹੜੇ ਹੈ ਉਹ ਕਿਹਾ ਗਿਆ। ਦੇਸ਼ ਧਰੋਹੀ ਦੇ ਜਿਹੜੇ ਮੁਕੱਦਮੇ ਹੈ ਇਹਨਾਂ ਕ੍ਰਾਂਤੀਕਾਰੀ ਲੋਕਾਂ 'ਤੇ ਚਲਾਏ ਗਏ। ਤਾਂ ਅਖੀਰ ਉਹੀ ਸਮਾਂ ਆ ਗਿਆ ਜਿਹਦੀ ਕਲਪਨਾ ਬਹੁਤ ਸਮਾਂ ਪਹਿਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਦੂਜੇ ਕ੍ਰਾਂਤੀਕਾਰੀ ਕਰਦੇ ਆ ਕਿ ਇੱਕ ਸਮਾਂ ਆਏਗਾ ਜਦੋਂ ਜਿਹੜਾ ਜੀਵਨ ਹੈ ਉਹਨਾਂ ਨੂੰ ਦੇਣਾ ਪਏਗਾ ਆਪਣੇ ਦੇਸ਼ ਦੇ ਉੱਤੋਂ। ਤੇ ਇਸੇ ਤਰ੍ਹਾਂ ਹੀ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀਆਂ ਨੂੰ 16 ਨਵੰਬਰ 1915 ਨੂੰ ਜਿਹੜੀ ਫਾਂਸੀ ਹੈ ਉਹ ਦੇ ਦਿੱਤੀ ਗਈ। ਪਿਆਰੇ ਵਿਦਿਆਰਥੀਓ, ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਨਾਮ ਹੈ ਉਹ ਸ਼ਹੀਦਾਂ ਦੇ ਵਿੱਚ ਬੜੀ ਇੱਜ਼ਤ ਨਾਲ ਲਿਆ ਜਾਂਦਾ। ਇਸ ਦਾ ਮੁੱਖ ਕਾਰਨ ਇੱਕ ਇਹ ਸੀਗਾ ਕਿ ਜਦੋਂ ਉਹਨਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਪੈਰ ਧਰਿਆ ਉਹਨਾਂ ਦੀ ਜਿਹੜੀ ਉਮਰ ਹੈ ਉਹ ਬੜੀ ਛੋਟੀ ਸੀ। ਤੇ ਤੁਸੀਂ ਦੇਖੋਗੇ ਕਿ 1915 ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਤਾਂ ਸਿਰਫ 19 ਸਾਲ ਦੀ ਉਮਰ ਦੇ ਵਿੱਚ ਹੀ ਉਹ ਅਜਿਹੇ ਸ਼ਹੀਦ ਬਣੇ, ਛੋਟੀ ਉਮਰ ਦੇ ਸ਼ਹੀਦ ਬਣੇ ਜਿਨ੍ਹਾਂ ਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ। ਤੇ ਇਸ ਉਮਰ ਦੇ ਵਿੱਚ ਅਸੀਂ ਕੀ ਸੁਪਨੇ ਦੇਖਦੇ ਹਾਂ, ਵੱਡੇ ਵੱਡੇ ਸੁਪਨੇ ਦੇਖਦੇ ਹਾਂ। ਤੇ ਇਸ ਉਮਰ ਦੇ ਵਿੱਚ ਆਪਦਾ ਜੀਵਨ ਕੁਰਬਾਨ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ। ਪਰ ਇਹ ਕੁਰਬਾਨੀਆਂ ਕਦੇ ਵੀ ਵਿਅਰਥ ਨਹੀਂ ਜਾਂਦੀਆਂ, ਉਹਨਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਗਈਆਂ। ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਜੀ, ਊਧਮ ਸਿੰਘ ਜੀ ਤੇ ਹੋਰ ਬਥੇਰੇ ਜਿਹੜੇ ਕ੍ਰਾਂਤੀਕਾਰੀ ਸੀਗੇ ਉਹ ਦੇਸ਼ ਲਈ ਲੜੇ, ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਤੇ ਅਖੀਰ 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ। ਤਾਂ ਅੱਜ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦਾ ਜਿਹੜਾ ਨਿੱਘ ਹੈ ਪਿਆਰੇ ਵਿਦਿਆਰਥੀਓ ਉਹ ਅਸੀਂ ਮਾਣ ਰਹੇ ਹਾਂ। ਸਾਨੂੰ ਇਹਨਾਂ ਦੀਆਂ ਕੁਰਬਾਨੀਆਂ ਕਦੇ ਵੀ ਭੁੱਲਣੀਆਂ ਨਹੀਂ ਚਾਹੀਦੀਆਂ। ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਆਜ਼ਾਦੀ ਦਾ ਨਿੱਘ ਅਸੀਂ ਮਾਣਿਆ ਹੈ ਉਹਦੇ ਲਈ ਕਿਸੇ ਨੇ ਆਪਣੀ ਜਿਹੜੀ ਜਾਨ ਹੈ ਉਹ ਵਾਰੀ ਹੈ। ਉਮੀਦ ਹੈ ਤੁਸੀਂ ਇਸ ਵਿਸ਼ੇ ਬਾਰੇ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰ ਲਈ ਹੋਵੇਗੀ। ਤਾਂ ਤੁਸੀਂ ਹੋਰ ਵੀ ਜਿਹੜੀ ਜਾਣਕਾਰੀ ਹੈ ਇਹਦੇ ਬਾਰੇ ਜਾਣਕਾਰੀ ਵਿਸਥਾਰ ਆਪਣਾ ਕਰੋਗੇ। ਤਾਂ ਸਾਰੇ ਹੀ ਵਿਦਿਆਰਥੀਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ।